स्टूडेंट्स टू कॉमर्स स्टडी ਅੱਜ ਅਕਾਊਂਟਸ ਦੇ ਲੈਕਚਰ ਵਿੱਚ ਡਿਸਕਸ ਕਰਾਂਗੇ ਐਡਜਸਟਮੈਂਟ ਆਫ ਐਕੂਮੂਲੇਟਿਡ ਪ੍ਰੋਫਿਟ ਔਰ ਲਾਸ ਐਂਡ ਰਿਜ਼ਰਵ। ਕੀ ਮਤਲਬ ਕਿ ਜਦੋਂ ਪਾਰਟਨਰਸ਼ਿਪ ਰੇਸ਼ੋ ਚੇਂਜ ਹੋ ਰਹੀ ਹੋਵੇ, ਪ੍ਰੋਫਿਟ ਜਾਂ ਲਾਸ ਜਾਂ ਰਿਜ਼ਰਵ ਜਾਂ ਕੋਈ ਕਿਸੇ ਵੀ ਤਰੀਕੇ ਦਾ ਐਕਸਪੈਂਡੀਚਰ ਜਦੋਂ ਫਾਈਂਡ ਆਊਟ ਹੁੰਦਾ, ਫਿਰ ਕੀ ਟਰੀਟਮੈਂਟ ਕੀਤੀ ਜਾਂਦੀ ਹੈ, ਫਿਰ ਉਹਦੀ ਐਂਟਰੀ ਕਿਸ ਤਰੀਕੇ ਦੇ ਨਾਲ ਪਾਈ ਜਾਂਦੀ ਹੈ। ਹੁਣ ਜੋ ਦੇਖੋ ਐਗਜ਼ਿਸਟਿੰਗ ਪਾਰਟਨਰ ਜਿਹੜੇ ਹੈਗੇ ਹੈ, ਜਦੋਂ ਕੋਈ ਵੀ ਅਨਡਿਸਟਰੀਬਿਊਟਡ ਪ੍ਰੋਫਿਟ ਹੋਵੇ, ਰਿਜ਼ਰਵ ਹੋਵੇ, ਅਤੇ ਉਹ ਉਸ ਚੀਜ਼ ਨੂੰ ਕੀ ਕਰ ਲੈਂਦੇ ਆ, ਡਿਸਟਰੀਬਿਊਟ ਕਰ ਲੈਂਦੇ ਆ ਕਿਸ ਰੇਸ਼ੋ ਵਿੱਚ, ਓਡ ਰੇਸ਼ੋ ਦੇ ਵਿੱਚ। ਜਿੰਨੇ ਵੀ ਪੁਰਾਣੇ ਪਾਰਟਨਰ ਹੈ ਓਡ ਰੇਸ਼ੋ ਦੇ ਵਿੱਚ ਇਸ ਚੀਜ਼ ਨੂੰ ਡਿਸਟਰੀਬਿਊਟ ਕਰ ਲੈਂਦੇ ਹੈਗੇ ਹੈ। ਹੁਣ ਇਹਦੇ ਰਿਗਾਰਡਿੰਗ ਜਿਹੜੀ ਹੈਗੀ ਹੈ ਸਾਡੀ ਕੇਸਿਸ ਹੈਗੇ ਹੈ ਕਿ ਹੁਣ ਪਹਿਲਾ ਕੇਸ ਹੈਗਾ ਕਿ ਜਦੋਂ ਅਨਡਿਸਟਰੀਬਿਊਟਡ ਪ੍ਰੋਫਿਟ ਜਾਂ ਰਿਜ਼ਰਵ ਹੈ। ਜਿਸ ਟਾਈਮ ਕੀ ਹੈ ਕਿ ਅਨਡਿਸਟਰੀਬਿਊਟਡ ਪ੍ਰੋਫਿਟ ਜਾਂ ਰਿਜ਼ਰਵ ਹੈ, ਯਾਨੀ ਕਿ ਪ੍ਰੋਫਿਟ ਹੋਇਆ ਹੈ ਜਾਂ ਫਿਰ ਰਿਜ਼ਰਵ ਹੋਇਆ ਹੈ, ਉਸ ਟਾਈਮ ਦੋ ਕੇਸਿਸ ਹੈਗੇ ਹੈ। ਪਹਿਲਾ ਕੇਸ ਹੈ ਵੈਨ ਪਾਰਟਨਰ ਡਿਸਾਈਡਡ ਟੂ ਕਲੋਜ਼ ਪੀ ਐਂਡ ਰਿਜ਼ਰਵ ਅਕਾਊਂਟ। ਜਦੋਂ ਪਾਰਟਨਰ ਨੇ ਡਿਸਾਈਡ ਕਰ ਲਿਆ ਕਿ ਉਹ ਜਿਹੜਾ ਵੀ ਪ੍ਰੋਫਿਟ ਐਂਡ ਲਾਸ ਅਕਾਊਂਟ ਹੈ, ਰਿਜ਼ਰਵ ਹੈ, ਉਹਨੂੰ ਕਲੋਜ਼ ਕਰ ਦੂਗੇ ਐਂਡ ਇਹਨੂੰ ਅੱਗੇ ਕੈਰੀ ਫਾਰਵਰਡ ਨਹੀਂ ਕਰੂਗੇ, ਉਸ ਕੇਸ ਦੇ ਵਿੱਚ ਐਂਟਰੀ ਆਏਗੀ ਪ੍ਰੋਫਿਟ ਐਂਡ ਲਾਸ ਅਕਾਊਂਟ ਡੈਬਿਟ ਕਰਾਂਗੇ, ਰਿਜ਼ਰਵ ਅਕਾਊਂਟ ਡੈਬਿਟ ਕਰਾਂਗੇ, ਟੂ ਆਲ ਪਾਰਟਨਰਸ ਕੈਪੀਟਲ ਅਕਾਊਂਟ ਨੂੰ ਕ੍ਰੈਡਿਟ ਕਰਾਂਗੇ ਔਨ ਓਲਡ ਰੇਸ਼ੋ। ਕਿ ਅਗਰ ਪ੍ਰੋਫਿਟ ਹੋਇਆ ਹੈ ਉਹਨੂੰ ਵੀ ਡੈਬਿਟ ਕਰਾਂਗੇ, ਅਗਰ ਰਿਜ਼ਰਵ ਹੋਇਆ ਉਹਨੂੰ ਵੀ ਡੈਬਿਟ ਕਰਾਂਗੇ, ਅਤੇ ਸਾਰੇ ਪਾਰਟਨਰਾਂ ਦੇ ਵਿੱਚ ਓਲਡ ਰੇਸ਼ੋ ਦੇ ਵਿੱਚ ਵੰਡ ਦੇਵਾਂਗੇ। ਦੂਸਰਾ ਕੇਸ ਕੀ ਹੈ ਕਿ ਜਦੋਂ ਪਾਰਟਨਰ ਡਿਸਾਈਡ ਕਰ ਰਹੇ ਹੈ ਕਿ ਇਸ ਚੀਜ਼ ਨੂੰ ਜਿਹੜਾ ਵੀ ਕੋਈ ਪ੍ਰੋਫਿਟ ਹੋਇਆ ਹੈ, ਰਿਜ਼ਰਵ ਹੈ, ਇਸ ਚੀਜ਼ ਨੂੰ ਉਹ ਅੱਗੇ ਕੈਰੀ ਫਾਰਵਰਡ ਕਰਨਗੇ, ਇਹਨੂੰ ਰਾਈਟ ਆਫ ਨਹੀਂ ਕਰਨਗੇ, ਫਿਰ ਉਸ ਕੇਸ ਦੇ ਵਿੱਚ ਜਿਹੜਾ ਗੇਨਿੰਗ ਪਾਰਟਨਰਸ ਕੈਪੀਟਲ ਅਕਾਊਂਟ ਹੈ ਉਹਨੂੰ ਡੈਬਿਟ ਕਰਾਂਗੇ, ਅਤੇ ਟੂ ਸੈਕਰੀਫਾਈਸ ਪਾਰਟਨਰਸ ਕੈਪੀਟਲ ਨੂੰ ਕ੍ਰੈਡਿਟ ਕਰਾਂਗੇ। ਯਾਨੀ ਕਿ ਜਿਹੜਾ ਗੇਨ ਕਰ ਰਿਹਾ ਪਾਰਟਨਰ, ਜਿਹਨੂੰ ਉਸ ਦੇ ਜ਼ਿਆਦਾ ਹਿੱਸਾ ਮਿਲ ਰਿਹਾ ਹੈ, ਠੀਕ ਹੈ, ਪ੍ਰੋਫਿਟ ਸ਼ੇਅਰਿੰਗ ਰੇਸ਼ੋ। ਫਿਰ ਮਤਲਬ ਕਿ ਪ੍ਰੋਫਿਟ ਸ਼ੇਅਰਿੰਗ 'ਚ ਅਸੀਂ ਗੇਨਿੰਗ ਅਤੇ ਸੈਕਰੀਫਾਈਸਿੰਗ ਰੇਸ਼ੋ ਕੈਲਕੂਲੇਟ ਕਰਾਂਗੇ, ਉਹ ਕੈਲਕੂਲੇਟ ਕਰਕੇ ਗੇਨਿੰਗ ਵਾਲੇ ਪਾਰਟਨਰ ਨੂੰ ਡੈਬਿਟ ਕਰ ਦਾਂਗੇ, ਅਤੇ ਜਿਹੜਾ ਪਾਰਟਨਰ ਸੈਕਰੀਫਾਈਸ ਕਰ ਰਿਹਾ ਉਹਨੂੰ ਕ੍ਰੈਡਿਟ ਕਰ ਦਾਂਗੇ। ਹੁਣ ਇਹੀ ਚੀਜ਼ ਅਪਲਾਈ ਹੁੰਦੀ ਹੈ, ਸੇਮ ਰੂਲ ਹੀ ਅਪਲਾਈ ਹੁੰਦਾ ਹੈ ਕਿ ਜਦੋਂ ਅਨਡਿਸਟਰੀਬਿਊਟਡ ਪ੍ਰੋਫਿਟ ਜਾਂ ਲਾਸ ਹੋਵੇ, ਮਤਲਬ ਕਿ ਹੁਣ ਇਹ ਕੇਸ ਹੈ ਲਾਸ ਵਾਲਾ ਕਿ ਅਨਡਿਸਟਰੀਬਿਊਟਡ ਲਾਸ ਹੋਵੇ ਐਂਡ ਅਨਰਿਟਰਨ ਆਫ ਐਕਸਪੈਂਸਿਸ ਹੋਣ। ਹੁਣ ਇੱਥੇ ਕੀ ਹੈ, ਸਾਡੇ ਕੋਲ ਜਿਹੜਾ ਡਿਸਟਰੀਬਿਊਟ ਸਾਡਾ ਕੋਲ ਲਾਸ ਹੋਵੇ ਅਤੇ ਐਕਸਪੈਂਸਿਸ ਹੋਵੇ। ਹੁਣ ਇਸ ਕੇਸ 'ਤੇ ਕੀ ਹੈਗਾ ਕਿ ਜਦੋਂ ਪਾਰਟਨਰਸ ਨੇ ਡਿਸਾਈਡ ਕੀਤਾ ਕਿ ਉਹਨਾਂ ਨੇ ਕਲੋਜ਼ ਕਰਨਾ ਅਕਾਊਂਟਸ, ਫਿਰ ਇੱਥੇ ਦੇਖੋ ਉਲਟੀ ਡਿਫਰੈਂਟ ਰਿਵਰਸ ਐਂਟਰੀ ਹੋ ਗਈ। ਇੱਥੇ ਕੀ ਹੋ ਗਿਆ, ਜਿੰਨੇ ਵੀ ਪਾਰਟਨਰ ਕੈਪੀਟਲ ਅਕਾਊਂਟ ਹੈ ਉਹਨਾਂ ਨੂੰ ਅਸੀਂ ਡੈਬਿਟ ਕਰਤਾ ਓਲਡ ਰੇਸ਼ੋ ਦੇ ਵਿੱਚ, ਠੀਕ ਹੈ, ਹੋਣਾ ਇਹ ਓਲਡ ਰੇਸ਼ੋ ਦੇ ਵਿੱਚ ਹੀ ਹੈ। ਫਿਰ ਜਿਹੜਾ ਪ੍ਰੋਫਿਟ ਜਿਹੜਾ ਲਾਸ ਹੋਇਆ ਉਹਨੂੰ ਕ੍ਰੈਡਿਟ ਕਰਤਾ, ਜਿਹੜਾ ਡੈਫਰ ਰੈਵਨਿਊ ਐਕਸਪੈਂਡੀਚਰ ਨੂੰ ਵੀ ਕ੍ਰੈਡਿਟ ਕਰਤਾ। ਹੁਣ ਅੱਗੇ ਕੀ ਹੈ, ਵੈਨ ਐਗਜ਼ਿਸਟਿੰਗ ਪਾਰਟਨਰਸ ਡੂ ਨੋਟ ਵਾਂਟ ਟੂ ਕਲੋਜ਼ ਦੇਅਰ ਅਕਾਊਂਟ। ਜਦੋਂ ਐਗਜ਼ਿਸਟਿੰਗ ਪਾਰਟਨਰ ਨਹੀਂ ਕਰਨਾ ਚਾਹੁੰਦੇ, ਇਹ ਐਂਟਰੀ ਵੀ ਰਿਵਰਸ ਹੋ ਗਈ। ਹੁਣ ਇੱਥੇ ਕੀ ਆ ਗਿਆ, ਸੈਕਰੀਫਾਈਸਿੰਗ ਪਾਰਟਨਰਸ ਕੈਪੀਟਲ ਅਕਾਊਂਟ ਟੂ ਗੇਨਿੰਗ ਪਾਰਟਨਰਸ ਕੈਪੀਟਲ ਅਕਾਊਂਟ, ਐਂਡ ਇਸ ਤਰੀਕੇ ਦੇ ਨਾਲ ਜਿਹੜਾ ਇਹਦਾ ਬਣੇਗਾ। ਹੁਣ ਇਹ ਚੀਜ਼ ਜ਼ਿਆਦਾ ਕਲੀਅਰ ਹੋਏਗੀ ਕੁਐਸਚਨ ਵਿਦ ਦ ਹੈਲਪ ਆਫ ਕੁਐਸਚਨ ਦੇਖੋ ਐਕਸ ਐਂਡ ਵਾਈ। ਹੁਣ ਕੀ ਹੈਗਾ ਕਿ ਐਕਸ ਐਂਡ ਵਾਈ ਦੋ ਪਾਰਟਨਰ ਹੈਗੇ ਹੈ, ਉਹ 5:3 ਦੀ ਰੇਸ਼ੋ ਦੇ ਵਿੱਚ ਜਿਹੜਾ ਹੈਗਾ ਪ੍ਰੋਫਿਟ ਸ਼ੇਅਰ ਕਰ ਰਹੇ ਸੀ। ਉਹਨਾਂ ਨੇ ਜਦੋਂ ਡਿਸਾਈਡ ਕੀਤਾ ਕਿ ਉਹਨਾਂ ਨੇ ਰੇਸ਼ੋ ਚੇਂਜ ਕਰਨੀ ਹੈ 3:2, ਉਸ ਟਾਈਮ ਉਹਨਾਂ ਨੇ ਦੇਖਿਆ ਕਿ ਉਹਨਾਂ ਦੀ ਜਿਹੜੀ ਬੁੱਕ ਆਫ ਅਕਾਊਂਟ 32,000 ਦਾ ਰਿਜ਼ਰਵ ਸ਼ੋ ਕਰ ਰਹੀ ਹੈ, 60,000 ਦਾ ਜੋ ਹੈ ਡੈਬਿਟ ਪ੍ਰੋਫਿਟ ਐਂਡ ਲਾਸ, ਯਾਨੀ ਕਿ ਉਹਨਾਂ ਨੂੰ 16,000 ਦਾ ਲਾਸ ਸ਼ੋ ਕਰ ਰਿਹਾ ਹੈ ਔਰ 32,000 ਦਾ ਜਨਰਲ ਰਿਜ਼ਰਵ ਸ਼ੋ ਕਰ ਰਿਹਾ ਹੈ। ਹੁਣ ਉਹਨਾਂ ਨੇ ਡਿਸਾਈਡ ਕੀਤਾ ਹੈ 3:2 ਦੀ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਦੇ ਨਾਲ, ਅਤੇ ਹੁਣ ਇਹਦੇ ਵਿੱਚ ਕੀ ਹੈਗਾ ਕਿ ਜਨਰਲ ਰਿਜ਼ਰਵ ਐਂਡ ਪ੍ਰੋਫਿਟ ਐਂਡ ਲਾਸ ਉਹਨਾਂ ਨੇ ਦੇਖੋ ਹੁਣ ਇੱਥੇ ਕੀ ਹੈ, ਡਿਸਾਈਡ ਕੀਤਾ ਕਿ ਡਿਸਟਰੀਬਿਊਟ ਕਰਨਾ, ਅੱਗੇ ਕੈਰੀ ਫਾਰਵਰਡ ਨਹੀਂ ਕਰਨਾ। ਅਤੇ ਹੁਣ ਇਹਦੇ ਵਿੱਚ ਯਾਨੀ ਕਿ ਸਾਡਾ ਕੇਸ 1 ਜੋ ਹੈ ਅਪਲਾਈ ਹੋ ਰਿਹਾ ਹੈ। ਹੁਣ ਉਹਦੇ ਅਕੋਰਡਿੰਗ ਤੇ ਸਭ ਤੋਂ ਪਹਿਲਾਂ ਦੇਖੋ ਜਨਰਲ ਰਿਜ਼ਰਵ ਹੈ, ਅਤੇ ਜਦੋਂ ਜਿਸ ਟਾਈਮ ਜਨਰਲ ਰਿਜ਼ਰਵ ਜਾਂ ਪ੍ਰੋਫਿਟ ਹੋ ਰਿਹਾ, ਉਸ ਟਾਈਮ ਮੈਂ ਤੁਹਾਡੇ ਨਾਲ ਗੱਲ ਕੀਤੀ ਸੀਗੀ ਕਿ ਇਸ ਚੀਜ਼ ਨੂੰ ਆਪਾਂ ਕੀ ਕਰਾਂਗੇ, ਡੈਬਿਟ ਕਰਾਂਗੇ, ਪੂਰਾ ਪਰਫੋਰਮਾ ਬਣਾਵਾਂਗੇ। ਪਹਿਲਾਂ ਦੇਖੋ ਜਿਹੜਾ ਸੀਗਾ ਜਨਰਲ ਐਂਟਰੀ ਦਾ ਪਰਫੋਰਮਾ ਉਹੀ ਬਣੇਗਾ, ਠੀਕ ਹੈ, ਸਿੱਧਾ ਕਿਸੇ ਨੇ ਐਂਟਰੀ ਨਹੀਂ ਪਾਣੀ, ਜਨਰਲ ਐਂਟਰੀ ਦਾ ਜਿਹੜਾ ਪਰਫੋਰਮਾ ਹੈ, ਫਿਰ ਉਸ ਤੋਂ ਬਾਅਦ ਜਿਹੜਾ ਪਾਉਣਾ ਹੈ, ਫਿਰ ਉਸ ਤੋਂ ਬਾਅਦ ਇਹ ਡੈਬਿਟ ਅਮਾਊਂਟ, ਠੀਕ ਹੈ, ਡੈਬਿਟ ਅਮਾਊਂਟ, ਫਿਰ ਉਸ ਤੋਂ ਬਾਅਦ ਕ੍ਰੈਡਿਟ ਅਮਾਊਂਟ। ਇਸ ਤਰੀਕੇ ਦੇ ਨਾਲ ਤੁਸੀਂ ਲਿਖੋਗੇ। ਫਿਰ ਜੋ ਵੀ ਡੇਟ ਹੈਗੀ ਹੈ, ਜਿੱਦਾਂ ਉਹਨੇ ਮੰਨ ਲਓ 1 ਅਪ੍ਰੈਲ ਹੈਗੀ ਹੈ, ਠੀਕ ਹੈ, ਹੁਣ ਡੇਟ ਪਾ ਕੇ ਫਿਰ ਦੇਖੋ ਜਨਰਲ ਰਿਜ਼ਰਵ ਕਿੰਨੇ ਦਾ ਸੀਗਾ, 32,000 ਦਾ ਸੀਗਾ, ਅਸੀਂ ਉਨੀ ਅਮਾਊਂਟ ਦੇ ਨਾਲ ਪਾਤਾ। ਪਾਰਟਨਰ ਕਿੰਨੇ, 2 ਹੈ, ਐਕਸ ਕੈਪੀਟਲ ਅਕਾਊਂਟ, ਫਿਰ ਉਸ ਤੋਂ ਬਾਅਦ 2 ਵਾਈਜ਼ ਕੈਪੀਟਲ ਅਕਾਊਂਟ। ਹੁਣ ਇਹਨੂੰ ਕਿੱਦਾਂ ਕੈਲਕੂਲੇਟ ਕਰਾਂਗੇ, ਓਲਡ ਰੇਸ਼ੋ ਕਿੰਨੀ ਸੀਗੀ ਉਹਨਾਂ ਦੀ 5:3,
यानी कि 32,000 मल्टीप्लाई बाय 5 ਤੇ 8। ठीक है, ਹੁਣ ਇਹ ਆਪਣਾ ਕਟਿੰਗ ਹੋ ਜਾਏਗਾ। ਹੁਣ ਇਹ ਆਪਣਾ ਆ ਜਾਏਗਾ 4,000, ਇਹਨੂੰ ਆਪਾਂ कैलकुलेट करांगे, ये आ गया 20,000 आ गया। ठीक है, यानी कि एक्स से कैपिटल विच कितना जा रहा है 20,000। इस जस्ट लाइक डैट ही वाई का कैलकुलेट करांगे 32,000 मल्टीप्लाई बाय 3/8। हुण एक आउट कटिंग हो गई, ये आ गया साडा 4,000 आ गया। ठीक है, 8 4 सा 32, 4,000 आ गया। हुण ये आ गया साडा 12,000। ठीक है, ਹੁਣ ਇਹਦਾ 20 आ गया और ਇਹਦਾ 12 आ गया। ठीक है, इस तरीके ਦੇ ਨਾਲ ਸਾਡੀ एंट्री आ जाएगी। फिर लिख देंगे बीइंग जनरल रिजर्व डिस्ट्रीब्यूटेड इन ओल्ड रेशो। लास्ट ईयर याद होएगा कि जो जनरल एंट्री की सीगी तो नरेशन जरूर लिखी दी है। इस तरीके नाल जनरल एंट्री तो बाद नरेशन होएगी। हुण देखो रिजर्व तो डिस्ट्रीब्यूट कर लिया, हुण की रह गया, लॉस रह गया। हुण अगर ये प्रॉफिट हुंदा फिर ये विच आना सीगा प्रॉफिट। मान लो ये प्रॉफिट हुंदा फिर 16,000 टू एक्स कैपिटल टू वाइज कैपिटल। ठीक है, ये भी जो है न्यू रेशो दे विच ही डिस्ट्रीब्यूट होना, सॉरी ओल्ड रेशो विच ही डिस्ट्रीब्यूट होना सीगा। हुण ये भी मान लो अप्रैल 1 की ही एंट्री आएगी। हुण देखो हुण इत्थे उल्टा हो गया, हुण इत्थे लॉस हो रहा है, इस करके हुण इत्थे एक्स कैपिटल अकाउंट, वाइज कैपिटल अकाउंट, फिर टू हुण इत्थे लिखांगे पी एंड एल अकाउंट। पी एंड एल अकाउंट क्यों लिखांगे, क्योंकि ये चाहे लॉस हो रहा है चाहे प्रॉफिट हो रहा है, जाना तो कितने पी एंड एल अकाउंट है, इस करके पी एंड एल अकाउंट लिखांगे। 16,000 मल्टीप्लाई बाय 5/8, 8 2 ज़ा 16, ये आ गया। यानी कि एक्स की कैपिटल कितनी हो गई 10,000। हुण देखो 16,000 ते 3 8, ये आ गया साडा 6,000। ये फिर एंट्री आ गई बीइंग पी एंड एल अकाउंट डिस्ट्रीब्यूटेड इन ओल्ड रेशो। बस इन्ना ही काम है। वंस अगेन आई फिर रिपीट कर देंदी है कि जनरल रिजर्व सीगा इस दे क्वेश्चन विच ते लॉस सीगा ते उन्होंने डिसाइड किया सीगा कि इनू जो है राइट ऑफ कर देना, खत्म कर देना। इस करके जनरल रिजर्व नू सीगा जिहड़ा साडी इनकम सीगी। ठीक है, इनू आपां उपर रख के फिर एक्स वाई दे कैपिटल विच डिस्ट्रीब्यूट करदा, रेशो तो कैलकुलेट दसी रेशो दे नाल, ओल्ड रेशो दे नाल। ते अगे की सीगा लॉस सीगा, लॉस 16,000 सीगा ते वो भी जो है एक्स वाई दे ओल्ड रेशो दे विच जिहड़ी हैगी डिस्ट्रीब्यूट कर दी। थैंक्स यू स्टूडेंट फॉर वॉचिंग दिस वीडियो।